ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਤੂੰ ਮੇਰਾ ਬਲ ਹੈ, ਤਾਂ ਕਿਆ ਮੋਹ ਛੰਦਾ। ਤੁਧ ਸਭ ਕਿਛ ਮੈਨੋ ਸੌਂਪਿਆ, ਜਾ ਤੇਰਾ ਬੰਦਾ। ਲਖਮੀ ਟੋਟ ਨਾ ਆਵਈ, ਖਾਏ ਖਰਚ ਰਹੰਦਾ। ਲੱਖ 84 ਮੇਦਨੀ, ਸਭ ਸੇਵ ਕਰੰਦਾ। ਇਹ ਬੈਰੀ ਮਿੱਤਰ ਸਭ ਕੀਤਿਆਂ, ਨਹਿ ਮੰਗੈ ਮੰਦਾ। ਲੇਖਾ ਕੋਈ ਨ ਪੁਸਹੀ, ਜਾ ਹਰ ਬਖਸ਼ੰਦਾ। ਆਨੰਦ ਪਿਆ ਸੁਖ ਪਾਇਆ, ਮਿਲ ਗੋ ਗੁਰ ਗੋਬਿੰਦਾ। ਸਭੀ ਕਾਜ ਸਵਾਰਿਆ, ਜਾ ਤੁਧ ਪਾਬੰਦਾ। ਸਭੇ ਕਾਜ ਸਵਾਰਿਆ, ਜਾ ਤੁਧ ਪਾਬੰਦਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਬਾਜੀ, ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਜੀਆਂ ਨੂੰ ਆਖਿਆ ਜਾਂਦਾ ਹੈ, ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਉੱਠ ਕੇ ਧਨ ਦਾ ਇਸ਼ਨਾਨ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸੋ ਵੱਡੇ ਭਾਗ ਨੇ ਸਾਧ ਸੰਗਤ ਜੀ। ਵੱਡੇ ਭਾਗਾਂ ਦੀ ਬਦੌਲਤ ਆ ਸੁਭਾਗਾ ਸਮਾਂ ਸਤਿਗੁਰਾਂ ਦੀ ਯਾਦ ਵਿੱਚ ਗੁਜ਼ਾਰਨ ਦਾ ਸੁਭਾਗ ਪ੍ਰਾਪਤ ਹੋਇਆ। ਸੋ ਆਓ ਗੁਰਮੁਖ ਪਿਆਰਿਓ, ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਰਲ ਮਿਲ ਕੇ ਅੱਜ ਫੇਰ ਆਪਾਂ ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ। ਅੱਜ ਦੇ ਵਚਨ ਜਿਨ੍ਹਾਂ ਦੇ ਨਾਲ ਆਪਾਂ ਰਲ ਮਿਲ ਕੇ ਸਾਂਝ ਪਾਵਾਂਗੇ, ਉਹ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਤੇ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਆਓ ਇੱਕ ਇੱਕ ਵਚਨ ਬੜੇ ਧਿਆਨ ਦੇ ਨਾਲ ਸੁਣਨ ਕਰੀਏ। ਗੌੜੀ ਮਹਲਾ ਪੰਜਵਾ, ਹਿਰਦੈ ਚਰਨ ਕਮਲ ਪ੍ਰਭ ਧਾਰੀ,
ਪੂਰੇ ਸਤਿਗੁਰ ਮਿਲ ਨਿਸਤਾਰੇ। ਗੌੜੀ ਮੁਹੱਲਾ ਪੰਜਵਾ। ਹਿਰਦੈ ਚਰਨ ਕਮਲ ਪ੍ਰਭ ਧਾਰੇ। ਪੂਰੇ ਸਤਿਗੁਰ ਮਿਲ ਨਿਸਤਾਰੇ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ, ਜੋ ਇਸ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ। ਉਹਨਾਂ ਦੇ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੋਬਿੰਦ ਗੁਣ ਗਾਵੋ ਮੇਰੇ ਭਾਈ, ਮਿਲ ਸਾਧੂ ਹਰ ਨਾਮ ਧਿਆਈ। ਰਹਾਉ ਗੋਬਿੰਦ ਗੁਣ ਗਾਵੋ ਮੇਰੇ ਭਾਈ, ਮਿਲ ਸਾਧੂ ਹਰ ਨਾਮ ਧਿਆਈ। ਰਹਾਉ ਭਾਈ ਦਾ ਭਾਵ ਹੁੰਦਾ ਹੈ ਹੇ ਭਾਈ, ਸਾਧੂ ਦਾ ਭਾਵ ਹੁੰਦਾ ਹੈ ਗੁਰੂ, ਧਿਆਈ ਦਾ ਭਾਵ ਹੁੰਦਾ ਹੈ ਧਿਆ ਸਿਮਰ। ਪਾਸਾਂ ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦੇ ਦੁਆਰਾ ਬਖਸ਼ਿਸ਼ ਕਰਦੇ ਨੇ ਕਿ ਗੋਬਿੰਦ ਗੁਣ ਗਾਵੋ ਮੇਰੇ ਭਾਈ। ਪਾਤਸ਼ਾਹ ਕਹਿੰਦੇ ਹੇ ਭਾਈ, ਗੋਬਿੰਦ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਰਹੋ ਬਸ। ਹੇ ਭਾਈ, ਗੋਬਿੰਦ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਰਹੋ ਤੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰੋ। ਗੋਬਿੰਦ ਦਾ ਭਾਵ ਹੁੰਦਾ ਸਤ ਸੰਗੀ, ਪ੍ਰਥਵੀ ਦਾ ਰਾਖਾ, ਪ੍ਰਥਵੀ ਨੂੰ ਪਾਲਣਹਾਰਾ। ਗੋਬਿੰਦ ਤੇ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਬਚਨ ਨੇ ਗੁਜਰੀ ਰਾਗ ਦੇ ਵਿੱਚ। ਪਾਤਸ਼ਾਹ ਕਹਿੰਦੇ ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀਤਮ, ਮਿਲ ਸਤ ਸੰਗਤ ਸ਼ਬਦ ਮਨ ਮੋਹ ਹੈ। ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀਤਮ, ਮਿਲ ਸਤ ਸੰਗਤ ਸ਼ਬਦ ਮਨ ਮੋਹ ਹੈ। ਗੁਜਰੀ ਰਾਗ ਦੇ ਵਿੱਚ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਬਚਨ ਨੇ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਮੇਰੇ ਭਰਾਵੋ, ਸਾਧ ਸੰਗਤ ਵਿੱਚ ਮਿਲ ਕੇ ਨਾ, ਗੁਰੂ ਦੇ ਸਾਧ ਵਿੱਚ ਜੁੜਨ ਕਰਕੇ ਪ੍ਰੀਤਮ ਗੋਬਿੰਦ ਮੇਰੇ ਮਨ ਵਿੱਚ ਆ ਵਸਿਆ ਤੇ ਮੇਰੇ ਮਨ ਨੂੰ ਉਹ ਗੋਬਿੰਦ ਖਿੱਚ ਪਾ ਰਿਹਾ ਹੈ। ਪਾਤਸ਼ਾਹ ਕਹਿੰਦੇ ਜਪ ਗੋਬਿੰਦ ਗੋਬਿੰਦ ਧਿਆਈ ਹੈ, ਸਬਦ ਕਉ ਦਾਨ ਦੇ ਪ੍ਰਭ ਮੋਹ ਹੈ। ਗੋਬਿੰਦ ਦਾ ਭਜਨ ਕਰੋ, ਭਾਵ ਜਿਹੜਾ ਧਰਤੀ ਨੂੰ ਪਾਲਣ ਵਾਲਾ ਹੈ, ਧਰਤੀ ਦਾ ਜਿਹੜਾ ਰੱਖਿਅਕ ਹੈ। ਗੋਬਿੰਦ ਦਾ ਭਜਨ ਕਰੋ ਤੇ ਗੋਬਿੰਦ ਦਾ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਬਿੰਦ ਸਭ ਜੀਵਾਂ ਨੂੰ ਦਾਤਾਂ ਦਿੰਦਾ ਰਿਹਾ, ਸਾਰੇ ਜੀਵਾਂ ਨੂੰ ਸਭ ਕੁਝ ਦਾਤਾਂ ਦੇ ਰਿਹਾ, ਉਹ ਗੋਬਿੰਦ ਹੈ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰੇ ਭਾਈ ਜਨਾ, ਮੋਹ ਕੋ ਗੋਬਿੰਦ 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 ਮਨ ਮੋਹ ਹੈ। ਹੇ ਮੇਰੇ ਭਰਾਵੋ, ਮੈਨੂੰ ਪ੍ਰਥਵੀ ਦਾ ਮਾਲਕ, ਪ੍ਰਥਵੀ ਦਾ ਪਾਲਕ ਪਰਮੇਸ਼ਰ ਮਿਲ ਪਿਆ। ਗੋਬਿੰਦ ਮੇਰੇ ਮਨ ਨੂੰ ਹੁਣ ਫਿਰ ਸਤਿਗੁਰੂ ਕਹਿੰਦੇ ਖਿੱਚ ਪਾ ਰਿਹਾ ਹੈ। ਗੋਬਿੰਦ 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 ਗੁਣ ਗਾਵਾਂ, ਮਿਲ ਗੁਰ ਸਾਧ ਸੰਗਤ ਜਨ ਸੋ ਹੈ। ਪਾਤਸ਼ਾਹ ਕਹਿੰਦੇ ਮੈਂ ਹੁਣ ਹਰ ਵੇਲੇ ਗੋਬਿੰਦ ਦੇ ਗੁਣ ਗਾ ਰਿਹਾ ਤੇ ਗੁਰੂ ਨੂੰ ਮਿਲ ਕੇ ਸਾਧ ਸੰਗਤ ਵਿੱਚ ਮਿਲ ਕੇ ਗੋਬਿੰਦ ਦੇ ਗੁਣ ਗਾ ਕੇ ਮਨੁੱਖ ਸੋਹਣੇ ਆਤਮਿਕ ਜੀਵਨ ਵਾਲਾ ਬਣ ਜਾਂਦਾ ਹੈ।
ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹ ਮਨੁੱਖ ਸੋਹਣੇ ਜੀਵਨ ਵਾਲਾ ਮਨੁੱਖ ਬਣ ਜਾਂਦਾ ਹੈ। ਪਾਸਾ ਕਹਿੰਦੇ ਸੁਖ ਸਾਗਰ ਹਰ ਭਗਤ ਹੈ, ਗੁਰਮਤਿ ਕੌਲਾ ਰਿੱਧ ਸਿੱਧ ਲਾਗੈ ਪਗ ਉਹ ਹੈ। ਪਾਸਾ ਕਹਿੰਦੇ ਹੇ ਮੇਰੇ ਭਰਾਵੋ, ਜਿਸ ਮਨੁੱਖ ਨੂੰ ਗੁਰੂ ਦੀ ਮੱਤ ਦੀ ਬਰਕਤ ਦੇ ਨਾਲ ਸੁੱਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਨਾ, ਤੇ ਲక్ష్ਮੀ ਉਹਦੇ ਚਰਨੀ ਆ ਕੇ ਲੱਗਦੀ ਹੈ। ਹਰੇਕ ਰਿੱਧੀ ਸਿੱਧੀ ਉਸਦੇ ਪੈਰੀ ਆ ਕੇ ਪੈਂਦੀ ਹੈ, ਜਿਹੜਾ ਜਿਹਨੂੰ ਪਰਮਾਤਮਾ ਦੀ ਭਗਤੀ ਲੱਭ ਗਈ, ਜਿਹਨੂੰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ। ਆ ਮਾਇਆ ਵਰਗੀਆਂ ਜਾਂ ਹੋਰ ਵਸਤੂਆਂ ਪਰ ਉਹ ਮਨੁੱਖ ਤੁਸ ਸਮਝਦਾ, ਛੋਟੀਆਂ ਸਮਝਦਾ ਹੈ, ਜਿਹੜਾ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿੰਦਾ ਹੈ। ਹੁਣ ਗੁਰਮੁਖੋ, ਸਾਡਾ ਵੀ ਇਹੀ ਹਾਲ ਹੈ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਦੇ ਤੱਕ ਜਿੰਨਾ ਤੱਕ ਅਸੀਂ ਸੌਂਦੇ ਨਹੀਂ, ਉਹਨਾਂ ਚਿਰ ਅਸੀਂ ਦੁਨਿਆਵੀ ਵਸਤੂਆਂ ਦੇ ਪਿੱਛੇ ਭੱਜੇ ਫਿਰਦੇ ਹਾਂ। ਬਸ ਵਸਤੂਆਂ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਜਦੋਂ ਜਹਿਦ ਕਰਦੇ ਰਹਿੰਦੇ ਹਾਂ। ਪਰ ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜੇ ਮਨੁੱਖ ਪਰਮੇਸ਼ਰ ਦੀ ਭਗਤੀ ਕਰੇ ਨਾ, ਸਿਮਰਨ ਦੀ ਕਮਾਈ ਕਰੇ, ਜੇ ਮਨੁੱਖ ਉਸ ਮਨੁੱਖ ਤੇ ਇਹ ਦੁਨਿਆਵੀ ਵਸਤੂਆਂ ਉਹਦੇ ਦਰਵਾਜ਼ੇ ਤੇ ਆ ਕੇ ਦਸਤਕ ਦੇ ਦਿੰਦੀਆਂ ਨੇ। ਫਿਰ ਉਹੀ ਦੁਨਿਆਵੀ ਵਸਤੂਆਂ ਮਨੁੱਖ ਦੇ ਦਰ ਤੇ ਆ ਕੇ ਖੜ ਜਾਂਦੀਆਂ ਨੇ ਕਿ ਸਾਨੂੰ ਅਪਣਾ। ਜਿਹੜਾ ਮਨੁੱਖ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿੰਦਾ ਹੈ, ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਮਨੁੱਖ, ਉਹਨੂੰ ਫਿਰ ਦੁਨਿਆਵੀ ਵਸਤੂਆਂ ਦੇ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਪੈਂਦੀ। ਦੁਨਿਆਵੀ ਵਸਤੂਆਂ ਉਸ ਮਨੁੱਖ ਦੇ ਦਰ ਤੇ ਆ ਕੇ ਖਲੋ ਜਾਂਦੀਆਂ ਨੇ। ਹਰੇਕ ਰਿੱਧੀ ਸਿੱਧੀ ਉਸ ਦੇ ਪੈਰੀ ਆ ਕੇ ਪੈਂਦੀ ਹੈ। ਆ ਮਾਇਆ ਵੀ ਉਸ ਮਨੁੱਖ ਦੇ ਚਰਨੀ ਆ ਕੇ ਲੱਗਦੀ ਹੈ, ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਦੇ ਨਾਲ ਜੁੜਦਾ ਹੈ। ਪਾਤਸ਼ਾਹ ਕਹਿੰਦੇ, ਜਨ ਕੋ ਰਾਮ ਨਾਮ ਆਧਾਰਾ, ਹਰ ਨਾਮ ਜਪਤਾ ਹਰ ਨਾਮੇ ਸੋ ਹੈ। ਨਾਮ ਦੇ ਵਿੱਚ ਜੁੜ ਕੇ, ਪਰਮੇਸ਼ਰ ਦੀ ਬੰਦਗੀ ਦੇ ਨਾਲ ਜੁੜ ਕੇ, ਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਦੇ ਆ, ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਉਸ ਮਨੁੱਖ ਦਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ, ਜਿਹੜਾ ਪਰਮਾਤਮਾ ਦੀ ਭਗਤੀ ਦੇ ਨਾਲ ਜੁੜਦਾ ਹੈ। ਪਾਤਸ਼ਾਹ ਕਹਿੰਦੇ, ਦੁਰਮਤ ਭਾਗਹੀਨ ਮਤ ਫੀਕੇ, ਨਾਮ ਸੁਣਤ ਆਵੈ ਮਨ ਰੋਹੈ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ, ਹੇ ਮੇਰੇ ਭਰਾਵੋ, ਭੈੜੀ ਮਤ ਤੇ ਤੁਰਨ ਵਾਲੇ ਬਦਕਿਸਮਤ ਹੁੰਦੇ ਨੇ। ਜਿਹੜੀ ਮਾੜੀ ਸਿੱਖਿਆ ਤੇ ਤੁਰਦੇ ਨੇ ਜਿਹੜੇ ਮਨੁੱਖ, ਭੈੜੀ ਮਤ ਦੇ ਤੁਰਨ ਵਾਲੇ ਬਦਕਿਸਮਤ ਹੁੰਦੇ ਨੇ। ਉਹਨਾਂ ਦੀ ਆਪਣੀ ਅਕਲ ਵੀ ਹੌਲੀ ਰਹਿੰਦੀ ਹੈ। ਪਰਮਾਤਮਾ ਦਾ ਨਾਮ ਸੁਣਦੇ ਆ, ਉਹਨਾਂ ਦੇ ਮਨ ਵਿੱਚ ਸਗੋਂ ਕ੍ਰੋਧ ਆਉਂਦਾ ਹੈ। ਪਰਮਾਤਮਾ ਦਾ ਨਾਮ ਉਹਨਾਂ ਮਨੁੱਖਾਂ ਨੂੰ ਚੰਗੀ ਨਹੀਂ ਲੱਗਦਾ, ਜਿਹੜੇ ਮਾੜੀ ਮਤ ਤੇ ਤੁਰਦੇ ਨੇ ਮਨੁੱਖ। ਪਾਤਸ਼ਾਹ ਕਹਿੰਦੇ, ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਬਿਸ਼ਟਾ ਖਾਏ ਮੁਖ ਗੋਹੈ। ਕਹਿੰਦੇ, ਜੇ ਕਾਂ ਅੱਗੇ ਨਾ ਕੋਈ, ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ, ਕਾਂ ਦੇ ਅੱਗੇ ਕੋਈ ਸਵਾਦਲਾ ਭੋਜਨ ਰੱਖ ਦਈਏ ਕਾਂ ਦੇ ਅੱਗੇ, ਤਾਂ ਉਸ ਨੂੰ ਖਾਣ ਦੇ ਥਾਂ ਤੇ ਉਹ ਬਿਸ਼ਟਾ ਖਾ ਕੇ, ਬਿਸ਼ਟਾ ਮੂੰਹ ਵਿੱਚ ਪਾ ਕੇ ਖੁਸ਼ ਰਹਿੰਦਾ ਹੈ। ਭਾਵ ਗੋਹੇ ਦੇ ਵਿੱਚ ਠੁੰਗਾ ਮਾਰ ਕੇ ਉਹ ਖੁਸ਼ ਰਹਿੰਦਾ ਹੈ। ਇਹੀ ਹਾਲਤ ਉਸ ਮਨੁੱਖ ਦੀ ਹੈ ਜਿਹੜਾ ਭੈੜੀ ਮਤ ਤੇ ਤੁਰਦਾ ਹੈ, ਜਿਹੜਾ ਬੁਰੀ ਮਤ ਲੈ ਕੇ ਆਪਣਾ ਜੀਵਨ ਬਤੀਤ ਕਰਦਾ ਹੈ। ਉਹਦੀ ਹਾਲਤ ਵੀ ਉਸ ਮਨੁੱਖ ਦੀ ਕਾਂ ਵਰਗੀ ਹੁੰਦੀ ਹੈ। ਉਹਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ ਤੇ ਮਾੜੇ ਪਾਸੇ ਜਾ ਕੇ ਆਪਣੇ ਮਨ ਨੂੰ ਖੁਸ਼ ਕਰਦਾ ਰਹਿੰਦਾ ਹੈ ਉਹ ਮਨੁੱਖ। ਕਊਆ ਕਾਗ ਕੋ ਅੰਮ੍ਰਿਤ ਰਸ ਪਾਈਏ, ਤ੍ਰਿਪਤੈ ਬਿਸ਼ਟਾ ਖਾਏ ਮੁਖ ਗੋਹੈ। ਸਤਿਗੁਰੂ ਕਹਿੰਦੇ, ਅੰਮ੍ਰਿਤ ਸਾਰਾ ਸਤਿਗੁਰ ਸਤਵਾਦੀ,
ਜਿਤ ਨਹਾਤਾ ਕਊਆ ਹੰਸ ਹੋਐ। हे ਮੇਰੇ ਭਰਾਵੋ, ਸਦਾ ਥਿਰ ਹਰੀ ਦਾ ਨਾਮ ਜਪਣ ਵਾਲਾ, ਸਤਿਗੁਰੂ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਹੈ। ਨਾਮ ਜਲ ਦੇਣ ਵਾਲਾ ਸਤਿਗੁਰੂ ਸਰੋਵਰ ਹੈ। ਉਸ ਗੁਰੂ ਸਰੋਵਰ ਵਿੱਚ ਨਹਾਤੇ ਆ, ਆਤਮਿਕ ਚੁੰਬੀ ਲਾਇਆ, ਤਾਂ ਵੀ ਸਦਾ ਵਿਕਾਰਾਂ ਦੇ ਗੰਧ ਵਿੱਚੋਂ ਖੁਸ਼ ਰਹਿਣ ਵਾਲਾ ਮਨੁੱਖ ਵੀ ਫਿਰ ਹੰਸ ਵਰਗਾ ਬਣ ਜਾਂਦਾ ਹੈ। ਭਾਵ ਮਾੜੇ ਕਰਮ ਵਾਲਾ ਕਰਨ ਵਾਲਾ ਮਨੁੱਖ ਵੀ ਦੇਵਤਾ ਬਣ ਜਾਂਦਾ। ਜਿਹੜਾ ਗੁਰੂ ਸਾਗਰ ਦੇ ਵਿੱਚ ਚੁੰਬੀ ਲਾਉਂਦਾ ਭਰਾ, ਭਾਵ ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜ ਜਾਂਦਾ ਹੈ, ਉਹ ਬੁਰੇ ਕਰਮ ਵਾਲਾ ਮਨੁੱਖ ਵੀ ਫਿਰ ਦੇਵਤਾ ਰੂਪ ਬਣ ਜਾਂਦਾ। ਪਾਤਸ਼ਾਹ ਕਹਿੰਦੇ, ਨਾਨਕ ਧੰਨ ਧੰਨ ਬੜੇ ਵਡਭਾਗੀ, ਜਿਨ ਗੁਰਮਤਿ ਨਾਮ ਹਿਰਦੈ ਮਲ ਧੋਹੈ। हे ਨਾਨਕ, ਉਹ ਮਨੁੱਖ ਧੰਨ ਨੇ, ਵੱਡੇ ਭਾਗਾਂ ਵਾਲੇ ਨੇ, ਗੁਰਮਤਿ ਦੇ ਰਾਹੀ ਮਿਲਿਆ ਪਰਮਾਤਮਾ ਦਾ ਨਾਮ, ਜਿਨ੍ਹਾਂ ਦੇ ਹਿਰਦੇ ਦੀ ਮੈਲ ਨੂੰ ਧੋ ਦਿੰਦਾ, ਉਹ ਵੱਡੇ ਭਾਗਾਂ ਵਾਲੇ ਮਨੁੱਖ ਨੇ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਗੋਬਿੰਦ ਗੁਣ ਗਾਵੋ ਮੇਰੇ ਭਾਈ, ਮਿਲ ਸਾਧੂ ਹਰ ਨਾਮ ਤੇ ਆਈ। हे ਮੇਰੇ ਭਾਈ, ਗੋਬਿੰਦ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਰਹੋ ਤੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰੋ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੀ ਸ਼ੁਰੂਆਤ ਕਰਦੇ ਨੇ ਕਿ ਹਿਰਦੇ ਕਮਲ ਚਰਨ ਕਮਲ ਪ੍ਰਭ ਧਾਰੇ। ਹਿਰਦੇ ਚਰਨ ਕਮਲ ਪ੍ਰਭ ਧਾਰੇ, ਪੂਰੇ ਸਤਿਗੁਰ ਮਿਲ ਨਿਸਤਾਰੇ। ਸਤਿਗੁਰੂ ਕਹਿੰਦੇ, हे ਮੇਰੇ ਭਾਈ, ਜਿਹੜੇ ਮਨੁੱਖ ਪਰਮਾਤਮਾ ਦੇ ਸੁੰਦਰ ਚਰਨ ਆਪਣੇ ਹਿਰਦੇ ਵਿੱਚ ਟਿਕਾਉਂਦੇ ਨੇ ਨਾ, ਪੂਰੇ ਗੁਰੂ ਨੂੰ ਮਿਲ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ। ਜਿਹੜੇ ਆਪਣੇ ਆਪ ਨੂੰ ਪਰਮਾਤਮਾ ਪਰਮੇਸ਼ਰ ਨੂੰ ਸਮਰਪਿਤ ਕਰ ਦਿੰਦੇ ਨੇ, ਜਿਹੜੇ ਪਰਮਾਤਮਾ ਦੀ ਸਿੱਖਿਆ ਤੇ ਸਤਿਗੁਰੂ ਦੀ ਸਿੱਖਿਆ ਤੇ ਤੁਰਦੇ ਨੇ ਜਿਹੜੇ ਮਨੁੱਖ, ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ। ਤੇ ਅੱਗੇ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਨੇ, ਦੁਰਲਭ ਦੇ ਹੋਈ ਪ੍ਰਵਾਨ, ਸਤਿਗੁਰ ਤੇ ਪਾਇਆ ਨਾਮ ਨਿਸ਼ਾਨ। ਦੁਰਲਭ ਦੀ ਹੋਈ ਪ੍ਰਵਾਨ, ਸਤਿਗੁਰ ਤੇ ਪਾਇਆ ਨਾਮ ਨਿਸ਼ਾਨ। ਦੇਹ ਦਾ ਭਾਵ ਹੁੰਦਾ ਸਰੀਰ, ਦੁਰਲਭ ਦਾ ਭਾਵ ਹੁੰਦਾ ਜਿਹੜਾ ਬੜੀ ਮੁਸ਼ਕਲ ਦੇ ਨਾਲ ਮਿਲਦਾ ਹੋਵੇ, ਉਹਨੂੰ ਕਹਿੰਦੇ ਨੇ ਦੁਰਲਭ। ਨਿਸ਼ਾਨ ਦਾ ਭਾਵ ਹੁੰਦਾ ਰਾਹਦਾਰੀ ਪਰਵਾਨਾ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਦੁਆਰਾ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੀ, हे ਭਾਈ, ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਸਫ਼ਰ ਦੇ ਵਿੱਚ ਸਤਿਗੁਰੂ ਦੇ ਪਾਸੋਂ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਹਾਸਲ ਕਰਨ ਲਈ, ਉਹਨਾਂ ਦਾ ਮਨੁੱਖਾ ਸਰੀਰ ਬੜੀ ਕਠਿਨਤਾ ਦੇ ਨਾਲ ਮਿਲਿਆ ਹੋਇਆ ਮਨੁੱਖਾ ਸਰੀਰ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਕਬੂਲ ਹੋ ਜਾਂਦਾ। ਉਹਨਾਂ ਦਾ ਸਰੀਰ ਪ੍ਰਵਾਨ ਹੋ ਜਾਂਦਾ, ਭਾਵ ਉਹਨਾਂ ਦਾ ਆਉਣਾ ਸੰਸਾਰ ਤੇ ਸਫਲ ਹੋ ਜਾਂਦਾ ਹੈ। ਜਿਹੜੇ ਪਰਮਾਤਮਾ ਦੀ ਬੰਦਗੀ ਕਰਕੇ ਇੱਥੋਂ ਤੁਰ ਕੇ ਜਾਂਦੇ ਨੇ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ਿਸ਼ ਕਰਦੇ ਨੇ, ਹਰ ਸਿਮਰਤਾ ਪੂਰਨ ਪਦ ਪਾਏ ਹਾਂ, ਸਾਧ ਸੰਗ ਪਏ ਭਰਮ ਮਿਟਾਏ ਹਾਂ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਭੈ ਭਰਮ ਮਿਟਾਇਆ। ਪੂਰਨ ਪਦ ਦਾ ਭਾਵ ਹੁੰਦਾ ਉਹ ਆਤਮਿਕ ਦਰਜਾ ਜਿੱਥੇ ਔਕਾਈ ਦੀ ਗੁੰਜਾਇਸ਼ ਨਹੀਂ ਰਹਿੰਦੀ। ਸੰਗ ਦਾ ਭਾਵ ਹੁੰਦਾ ਸੰਗਤ ਦੇ ਵਿੱਚ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ, ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪੈ
ਭਰਮ ਮਿਟਾਇਆ। ਪਾਤਸ਼ਾਹ ਕਹਿੰਦੇ हे ਭਾਈ, ਪਰਮਾਤਮਾ ਦਾ ਨਾਮ ਸਿਮਰਦੇ ਆ ਮਨੁੱਖ ਉਹ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ ਜਿੱਥੇ ਕਿਸੇ ਉਕਾਈ ਦੀ ਸੰਭਾਵਨਾ ਨਹੀਂ ਰਹਿ ਜਾਂਦੀ। ਸਾਧ ਸੰਗਤ ਵਿੱਚ ਰਹਿ ਕੇ ਮਨੁੱਖ ਸਾਰੇ ਡਰ, ਸਾਰੀਆਂ ਭਟਕਣਾ ਮਿਟਾ ਲੈਂਦਾ। ਜਿਹੜਾ ਮਨੁੱਖ ਸੰਗਤ ਕਰਦਾ ਰਹਿੰਦਾ ਗੁਰੂ ਦੀ, ਉਹਦੇ ਸਾਰੇ ਡਰ, ਉਹਦੀਆਂ ਸਾਰੀਆਂ ਭਟਕਣਾ ਮੁੱਕ ਜਾਂਦੀਆਂ ਨੇ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ੇ ਕਰਦੇ ਨੇ, ਜਤ ਕਤ ਦੇਖੋ ਤਤ ਰਹਾ ਸਮਾਹੀ, ਨਾਨਕ ਦਾਸ ਹਰ ਕੀ ਸਰਨਾਈ। ਜਤ ਕਤ ਦੇਖੋ ਤਤ ਰਹਾ ਸਮਾਈ, ਨਾਨਕ ਦਾਸ ਹਰ ਕੀ ਸਰਨਾਈ। ਜਤ ਕਤ ਦਾ ਭਾਵ ਹੁੰਦਾ ਹੈ ਜਿੱਧਰ ਕਿੱਧਰ, ਦੇਖੋ ਦਾ ਭਾਵ ਹੁੰਦਾ ਹੈ ਮੈਂ ਵੇਖਦਾ ਹਾਂ, ਤਤ ਦਾ ਭਾਵ ਹੁੰਦਾ ਹੈ ਤੰਤਰ ਉਧਰ ਹੀ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ हे ਨਾਨਕ, ਆਖ हे ਮੇਰੇ ਭਾਈ, ਗੁਰੂ ਦੀ ਸ਼ਰਨ ਦੀ ਬਰਕਤ ਦੇ ਨਾਲ ਮੈਂ ਜਿੱਧਰ ਵੀ ਵੇਖਦਾ ਹਾਂ ਨਾ, ਉਧਰ ਹੀ ਪ੍ਰਮਾਤਮਾ ਮੈਨੂੰ ਵਿਆਪਕ ਦਿਸਦਾ ਹੈ। ਜੇ ਧਰਤੀ ਦੇ ਵੱਲ ਮੇਰੀ ਨਿਗਾਹ ਜਾਂਦੀ ਹੈ ਤਾਂ ਧਰਤੀ ਦੇ ਵਿੱਚ ਵੀ ਪ੍ਰਮਾਤਮਾ ਵਸਦਾ ਨਜ਼ਰ ਆਉਂਦਾ ਹੈ। ਜੇ ਪਾਣੀ ਦੇ ਵੱਲ ਮੇਰੀ ਨਿਗਾਹ ਜਾਂਦੀ ਹੈ ਤਾਂ ਪਾਣੀ ਵਿੱਚ ਵੀ ਪ੍ਰਮਾਤਮਾ ਵਸਦਾ ਨਜ਼ਰ ਆਉਂਦਾ ਹੈ। ਜੇ ਆਕਾਸ਼ ਦੇ ਵਿੱਚ ਨਿਗਾਹ ਜਾਂਦੀ ਹੈ ਤਾਂ ਆਕਾਸ਼ ਦੇ ਵਿੱਚ ਵਸਦਾ ਪ੍ਰਮਾਤਮਾ ਨਜ਼ਰ ਆਉਂਦਾ ਹੈ। ਪਾਤਸ਼ਾਹ ਕਹਿੰਦੀ हे ਭਾਈ, ਪਰਮੇਸ਼ਰ ਦੇ ਸੇਵਕ ਪਰਮੇਸ਼ਰ ਦੀ ਸ਼ਰਨ ਵਿੱਚ ਹੀ ਫਿਰ ਟਿਕੇ ਰਹਿੰਦੇ ਨੇ ਜਦੋਂ ਆਹ ਅਵਸਥਾ ਬਣ ਜਾਂਦੀ ਹੈ। ਅੱਗੇ ਸਤਿਗੁਰੂ ਫਿਰ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ, ਗੌੜੀ ਮਹਲਾ ਪੰਜਵਾ, ਗੁਰੂ ਜੀ ਕੇ ਦਰਸ਼ਨ ਕਾਬਲ ਜਾਈ, ਜਪ ਜਪ ਜੀਵਾ ਸਤਿਗੁਰ ਨਾਮ। ਸਤਿਗੁਰੂ ਅਰਜਨ ਦੇਵ ਮਹਾਰਾਜ ਸਭ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ। ਪਾਤਸ਼ਾਹ ਕਹਿੰਦੇ ਗੌੜੀ ਮਹੱਲਾ ਪੰਜਵਾ, ਗੁਰੂ ਜੀ ਕੇ ਦਰਸ਼ਨ ਕਾਬਲ ਜਾਓ, ਜਪ ਜਪ ਜੀਵਾ ਸਤਿਗੁਰ ਨਾਉ। ਤੇ ਜੋ ਰਹਾਉ ਵਾਲੀਆਂ ਪੰਕਤੀਆਂ ਨੇ, ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦੇ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਪਾਰ ਬ੍ਰਹਮ ਪੂਰਨ ਗੁਰਦੇਵਾ, ਕਰ ਕਿਰਪਾ ਲਾਗੂ ਤੇਰੀ ਸੇਵ ਰਹਾਉ। ਪਾਰ ਬ੍ਰਹਮ ਪੂਰਨ ਗੁਰਦੇਵ, ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ। ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੀ ਪੂਰਨ ਪਾਰ ਬ੍ਰਹਮ ਪਰਮੇਸ਼ਰ, हे ਗੁਰਦੇਵ ਕਿਰਪਾ ਕਰ, ਮੈਂ ਤੇਰੀ ਸੇਵਾ ਭਗਤੀ ਵਿੱਚ ਲੱਗਿਆ ਰਹਾ, ਬਸ ਆ ਕਿਰਪਾ ਕਰ। ਤੇਰੇ ਦਰ ਤੋਂ ਮੈਂ ਇਹੀ ਕੁਝ ਮੰਗਦਾ, हे ਗੁਰਦੇਵ ਕਿਰਪਾ ਕਰਕੇ ਮੈਂ ਤੇਰੀ ਸੇਵਾ ਭਗਤੀ ਦੇ ਵਿੱਚ ਹੀ ਲੱਗਿਆ ਰਹਾਂ ਬਸ। ਤੇ ਸਭ ਦੀ ਸ਼ੁਰੂਆਤ ਗੁਰੂ ਪਾਤਸ਼ਾਹ ਕਹਿੰਦੇ ਗੁਰੂ ਜੀ ਕੇ ਦਰਸ਼ਨ ਕਾਬਲ ਜਾਓ, ਜਪ ਜਪ ਜੀਵਾ ਸਤਿਗੁਰ ਨਾਉ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ हे ਭਾਈ, ਮੈਂ ਸਤਿਗੁਰੂ ਜੀ ਦੇ ਦਰਸ਼ਨ ਤੋਂ ਸਦਕੇ ਜਾਨਾ, ਕੁਰਬਾਨ ਜਾਨਾ। ਸਤਿਗੁਰੂ ਜੀ ਦਾ ਨਾਮ ਚੇਤੇ ਕਰਕੇ
ਮੇਰੇ ਅੰਦਰ ਉੱਚਾ ਆਤਮਿਕ ਜੀਵਨ ਪੈਦਾ ਹੁੰਦਾ ਹੈ। ਸਤਿਗੁਰੂ ਜੀ ਦਾ ਨਾਮ ਚੇਤੇ ਕਰਕੇ ਮੇਰੇ ਅੰਦਰ ਉੱਚਾ ਆਤਮਿਕ ਜੀਵਨ ਪੈਦਾ ਹੁੰਦਾ ਹੈ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ਿਸ਼ ਕਰਦੇ ਨੇ, ਚਰਨ ਕਮਲਾ ਹਿਰਦੈ ਉਰ ਧਾਰੀ, ਮਨ ਤਨ ਧਨ ਗੁਰ ਪ੍ਰਾਨ ਆਧਾਰੀ। ਚਰਨ ਕਮਲ ਹਿਰਦੈ ਉਰ ਧਾਰੀ, ਮਨ ਤਨ ਧਨ ਗੁਰ ਪ੍ਰਾਨ ਆਧਾਰੀ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਫਿਰ ਇਸ ਵਾਸਤੇ ਹੇ ਭਾਈ, ਗੁਰੂ ਦੇ ਸੋਹਣੇ ਚਰਨ ਮੈਂ ਆਪਣੇ ਮਨ ਵਿੱਚ ਹਿਰਦੇ ਵਿੱਚ ਟਿਕਾਉਂਦਾ ਹਾਂ। ਗੁਰੂ ਦੇ ਚਰਨ ਮੇਰੇ ਮਨ ਦਾ, ਮੇਰੇ ਤਨ ਦਾ, ਮੇਰੇ ਧਨ ਦਾ, ਮੇਰੀ ਜਿੰਦ ਦਾ ਸਹਾਰਾ ਨੇ ਗੁਰੂ ਦੇ ਚਰਨ। ਮੈਂ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ, ਆਪਣੇ ਹਿਰਦੇ ਘਰ ਦੇ ਵਿੱਚ ਵਸਾਇਆ ਉਹਨਾਂ ਨੂੰ, ਤੇ ਗੁਰੂ ਦੇ ਚਰਨ ਮੇਰੇ ਮਨ ਦਾ, ਮੇਰੇ ਤਨ ਦਾ, ਮੇਰੇ ਧਨ ਦਾ, ਮੇਰੀ ਜਿੰਦ ਦਾ ਆਸਰਾ ਬਣ ਗਏ ਨੇ। ਤੇ ਅੱਗੇ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਨੇ, ਸਫਲ ਜਨਮ ਹੋਵੈ ਪ੍ਰਵਾਨ, ਗੁਰ ਪਾਹਰ ਬ੍ਰਹਮ ਨਿਕਟ ਕਰ ਜਾਣ। ਸਫਲ ਜਨਮ ਹੋਵੈ ਪ੍ਰਵਾਨ, ਗੁਰ ਪਾਰ ਬ੍ਰਹਮ ਨਿਕਟ ਕਰ ਜਾਣ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੇ ਭਾਈ, ਗੁਰੂ ਨੂੰ, ਪਾਰ ਬ੍ਰਹਮ ਪਰਮੇਸ਼ਰ ਨੂੰ ਸਦਾ ਆਪਣੇ ਨੇੜੇ ਵਸਦਾ ਸਮਝ। ਆਪਣੇ ਗੁਰੂ ਨੂੰ, ਆਪਣੇ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਵਸਦਾ ਸਮਝ ਲੈ ਵੀ ਮੇਰੇ ਗੁਰੂ ਮੇਰੇ ਨੇੜੇ ਹੀ ਹੈ, ਪਰਮਾਤਮਾ ਮੇਰੇ ਨੇੜੇ ਹੀ ਹੈ। ਇਸ ਤਰ੍ਹਾਂ ਤੇਰਾ ਮਨੁੱਖਾ ਜਨਮ ਫਿਰ ਕਾਮਯਾਬ ਹੋ ਜਾਵੇਗਾ ਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਤੂੰ ਕਬੂਲ ਹੋ ਜਾਏਗਾ। ਜਦੋਂ ਤੇਰੇ ਅੰਦਰ ਆ ਭੈ ਤੇ ਭਾਉ ਦਾ ਵਾਸਾ ਹੋ ਗਿਆ, ਜਦੋਂ ਤੈਨੂੰ ਪਤਾ ਲੱਗਾ ਵੀ ਪਰਮਾਤਮਾ ਮੈਨੂੰ ਵੇਖਦਾ ਹੈ, ਪਰਮਾਤਮਾ ਮੈਨੂੰ ਸੁਣਦਾ ਹੈ, ਪਰਮਾਤਮਾ ਮੇਰੇ ਨੇੜੇ ਹੀ ਵਸਦਾ ਹੈ, ਫਿਰ ਕਿਉਂ ਮਾੜਾ ਕਰਮ ਕਰੂਗਾ ਕੋਈ ਮਨੁੱਖ? ਸਾਧ ਸੰਗਤ ਜੀ, ਫਿਰ ਜਦੋਂ ਉਹਦੇ ਭੈ ਦੇ ਵਿੱਚ ਰਹੇ ਨਾ ਮਨੁੱਖ, ਫਿਰ ਕੋਈ ਵੀ ਮਨੁੱਖ ਮਾੜੇ ਕਰਮ ਵੱਲ ਆਪਣੇ ਕਦਮ ਨਹੀਂ ਵਧਾਉਂਦਾ। ਉਦੋਂ ਸੋਚੂਗਾ 100 ਵਾਰੀ ਮਾੜਾ ਕਰਮ ਕਰਨ ਲੱਗੇ ਆ ਵੀ ਮੈਨੂੰ ਪਰਮਾਤਮਾ ਵੇਖ ਰਿਹਾ ਹੈ, ਪਰਮਾਤਮਾ ਮੇਰੀਆਂ ਆਸ ਗੱਲਾਂ ਨੂੰ ਸੁਣ ਰਿਹਾ ਹੈ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ਿਸ਼ ਕਰਦੇ ਨੇ, ਸੰਤ ਧੂਰ ਪਾਈਐ ਬੜ ਭਾਗੀ, ਨਾਨਕ ਗੁਰ ਭੇਟ ਤਾਹਰ ਸਿਉ ਲਿਵ ਲਾਗੀ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਸੰਤ ਧੂਰ ਪਾਈਐ ਬੜ ਭਾਗੀ, ਨਾਨਕ ਗੁਰ ਭੇਟ ਤਾਹਰ ਸਿਉ ਲਿਵ ਲਾਗੀ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੇ ਭਾਈ, ਪਰਮਾਤਮਾ ਨੂੰ ਨੇੜੇ ਵਸਦਾ ਵੇਖ ਪਹਿਲਾਂ ਤਾਂ, ਤੇ ਹੇ ਨਾਨਕ, ਗੁਰੂ ਸੰਤ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ। ਗੁਰੂ ਦੇ ਚਰਨਾਂ ਦੀ ਧੂੜ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਗੁਰਮੁਖਾਂ ਦੀ, ਸੰਤ ਜਨਾਂ ਦੀ ਚਰਨਾਂ ਦੀ ਧੂੜ ਵੱਡਿਆਂ ਭਾਗਾਂ ਦੇ ਨਾਲ ਮਿਲਦੀ ਹੈ। ਤੇ ਗੁਰੂ ਨੂੰ ਮਿਲਿਆ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗ ਜਾਂਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿਆਂਗੇ। ਜਦੋਂ ਅਸੀਂ ਗੁਰੂ ਦੇ ਚਰਨੀ ਲੱਗਾਂਗੇ ਨਾ, ਤੇ ਪਰਮਾਤਮਾ ਦੇ ਚਰਨਾਂ ਦੇ ਨਾਲ ਸਾਡੀ ਲਗਨ ਲੱਗ ਜਾਂਦੀ ਹੈ। ਇਸੇ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਿਆਂਗੇ।